है जो ये इतनी अच्छी गुफ्तगू कर रहा हूँ। मान मिर्जाई है तकना जर्मनी का। नहीं जी जर्मनी नहीं जे हाँ। यूएई वाले अच्छा यूएई वाला नंबर इन्हें जर्मनी का भी रखे वे एक। अच्छा अच्छा हाँ ये हैं वो कुत्ते मिर्जाई खिलाफती गोबर को थले कुत्ता थले उतरे एक। अच्छा ये बढ़िया बढ़िया फड़ा मारदा हमने ना वो अस्पताल में इतने मिलियन और औरतां ने तुसी मरजाना दे जेवर बेचते लाती हो और जेवर तक लवा ले इन्होंने ऐसे कुत्ते ने। बल्कि अंडे देने वाली मुर्गी भी है खो लेंदे ने हाँ जी तौर पे। और मैं यकीन करो रवे दे विच जानदा गरीब लोग अंडे बेच के चंदे दिंदे रहे ने इन्हां नूं। ਹੁਣ ਇਸ ਟਾਈਮ ਮਰਜ਼ਾਨਾ ਦਾ ਉਹ ਹਾਲ ਹੈ ਕਿ ਉੱਥੇ ਕੈਨੇਡਾ ਟੋਰਾਂਟੋ ਦੇ ਵਿੱਚ ਊਬਰ ਚਲਾ ਕੇ ਇਹ ਕੁੱਤੇ ਖਲੀਫੇ ਨੂੰ ਚੰਦੇ ਦੇ ਰਹੀਆਂ ਨੇ। ਉਹਨਾਂ ਦੀ ਇਹੀ ਸਜ਼ਾ ਹੈ। ਆ ਬਿਲਕੁਲ ਉਹਨਾਂ ਦੀ ਇਹੀ ਸਜ਼ਾ ਹੈ। उनको अपने कपड़े भी ला के खलीफा ਨੂੰ ਦਿਓ ਤਾਂ ਕਿ ਉਹ ਚਾਰਟਰਡ ਫਲਾਈਟਾਂ ਤੇ ਸੈਰਾ ਕਰੇ। ਇਸੇ ਤਰ੍ਹਾਂ यार की गाली गलोच हो रही है सारे। तारक साहब ਤੇ ਮਿਰਜ਼ਾ ਤਾਹਿਰ ਦਾ ਕੁੱਤਾ ਹੈ ਤੇ मेरा तो ख्याल नहीं कह सकता कोई इस तरह। ਬਣਾਈਏ। अगर मेरे तो ख्याल च अज तक नहीं किसी ने इस तरह किया, अगर किया हुआ तो मैं तो नहीं मानता चीज। ਇਹ ਹੋਣੀ ਮੈਂ ਮੈਸੇਜ। वो वाकई कोई मर्जी अहमदी है। ਹਾਂਜੀ ਬਿਲकुल ਅਬਦੁਰ रहमान ਉਹਦਾ ਨਾਮ ਹੈ। दोबारा सुना दिया। नहीं दोबारा की सुनना वा, अगर यहो जी गल्लां इत्थे शुरू हो गई तो फिर गलत हैगा। ਨਹੀਂ ਸੁਣਾ ਦਿਓ ਰਾਇਲ ਸਾਹਿਬ ਨੂੰ ਸੁਣਾ ਦਿਓ ਤਾਰਕ ਰਾਈਲ ਸਾਹਿਬ ਸੁਣਨਾ ਤੁਸੀਂ ਸੁਣਿਆ ਨਹੀਂ? नहीं मैं सुनिया, मैं थल्ले सुन रहा सी। इधर इधर 1000 रुपया करता है तो रेल साहब उसके वाली केड़ी गल नहीं साढ़े जो चीज़ नहीं है, अल्लाह ताला ने अशरफुल मखलूकात बनाया इंसान नूं ਤੁਹਾਡੇ ते ਕਿਹੜੀ ਚੀਜ਼ ਨਹੀਂ ਹੈ, ਕਿਹੜੀ ਚੀਜ਼ ਤੁਹਾਡੇ ਚ ਨਹੀਂ ਹੈ? ਤੇ ਉਹ ਇਹ ਤੇ ਤੁਹਾਡੇ ਮੌਲਵੀ ਮੈਂ ਦੇਖੇ ਨੇ ਸਿਆਲਕੋਟ ਚ ਕੁੱਤੇ ਵਾਂਗੂ ਭੌਂਕਣ ਦੇ ਸੀ। ਤੁਸੀਂ YouTube ਤੇ ਦੇਖ ਲਓ, ਇਹ ਤੇ ਕਹਿੰਦੇ ਬੋਲ ਕੇ ਭੌਂਕੋ। ਕਹਿੰਦਾ ਵੀ ਮੈਂ ਕੁੱਤਾ ਵਾਂ। ਨਹੀਂ ਮੈਂ ਉਹ ਬੋਲ ਕੇ ਤੇ ਮੈਂ ਤੇ ਪ੍ਰੈਕਟੀਕਲ ਦੇਖਿਆ, ਅਗਰ ਇਹਨੇ ਵੀ ਕਿਹਾ ਵਾ ਤੇ ਗਲਤ ਆ, ਮੈਂ ਤੇ ਮੰਨਦਾ ਹੀ ਨਹੀਂ ਪਿਆ ਇਹ ਚੀਜ਼। ਗਲਤ ਜਨਾਬ ਕੀਤਾ ਹੈ। आगर भाई वो मरज़ई अब्दुर्रहमान है जिन्हें यही आखिया आंदा वे कि मिर्जा साहब ने शरी नबी होने का दावा किया वे। शरी होंदा है वो अब्दुर्रहमान ਸਾਹਿਬ ਕਿਤਾਬ ਨਵੀ ਸੀ ਉਹ। ਉਹ ਨਹੀਂ ਫਿਰ ਉਹਨੂੰ ਕੋਈ ਮਾਲੂਮ ਹੀ ਨਹੀਂ, ਕਈ ਬੰਦੇ ਨੂੰ ਕੋਈ ਪਤਾ ਹੀ ਨਹੀਂ ਹੁੰਦਾ। ਜਿਸ ਤਰ੍ਹਾਂ ਆਮ ਮੁਸਲਮਾਨਾਂ 'ਚ ਇਸਲਾਮ ਦਾ ਉਹਨਾਂ ਨੂੰ ਪਤਾ ਹੀ ਨਹੀਂ ਤੇ ਉਹ ਪਤਾ ਨਹੀਂ ਕੀ ਬੜਕਾ ਮਾਰੀ ਹੈ। ਇਸ ਤਰ੍ਹਾਂ ਹੀ ਕੋਈ ਜਨੂਨੀ ਕਿਸਮ ਦੇ ਬੰਦੇ ਹੁੰਦੇ ਨੇ, ਹਰ ਜਗ੍ਹਾ ਦੇ ਉੱਤੇ ਗਲਤ ਗੱਲ ਕਰਦੇ। ਉਹਨੂੰ ਜਨੂਨੀ ਕਹਿਣ ਲੱਗੇ ਹੋ, ਬੁਲਾਵਾਂ ਮੈਂ ਉਹਨੂੰ? ਓਏ ਕੀ ਹੁਣ ਤੁਸੀਂ ਲੜਾਈ ਕਰਵਾਣੀ ਹੈ? ਬੁਲਾਵਾ ਮੈਂ ਤੇ ਆਪਣਾ ਇੱਕ ਬਿਆਨ ਕਰ ਰਿਹਾ ਬਣਾਵਾ ਉਹਨੂੰ। ਤੁਹਾਡਾ ਕੰਮ ਨਹੀਂ, ਤੁਹਾਡਾ ਕੰਮ ਲੜਾਈ ਵਾਲੀ ਹੈ। ਤੁਹਾਨੂੰ ਦੂਸਰੇ ਬਰਾੜ ਤੇ ਪਤਾ ਨਹੀਂ ਕੀ ਕੁਛ ਕਹਿੰਦੇ, ਮੈਂ ਉਹ ਦਰਾਵਾਂ ਰੱਬੀ ਨੇ ਸਿਰਫ ਇੰਨਾ ਕਿਹਾ ਨਹੀਂ ਦੂਸਰੀ ਬਰਾੜ ਦੇ ਉੱਤੇ ਦਿਓਬੰਦੀ ਤੁਹਾਨੂੰ ਕੀ ਕੁਛ ਕਹਿੰਦੇ ਮੈਂ ਦਰਾਵਾਂ? ਐ ਵੀ ਫਜ਼ੂਲ ਗੱਲ ਮੈਂ ਲੜਾਦਾ ਤੁਸੀਂ ਲੜਾਣ ਦੇ ਤੇ ਅਗਲੇ ਦੀ ਗੱਲ ਨਹੀਂ ਸੁਣਨੀ, ਬੋਲੀ ਜਾਣਾ। ਨਹੀਂ ਬੋਲੀ ਕੀ ਜਾਣਾ, ਗੱਲ ਹੀ ਫਜ਼ੂਲ ਕੀਤੀ ਹੈ। ਮੈਂ ਤੈਨੂੰ ਲੜਾਵਾਂ ਕਿਸ ਗੱਲ ਦਾ ਲੜਾਣਾ ਵੀ ਤੂੰ? ਮੈਂ ਨਹੀਂ ਕਿਹਾ ਲੜਾਵਾਂ, ਮੈਂ ਕਿਹਾ ਤੁਹਾਡੀ ਲੜਾਈ ਐਵੇਂ ਹੋ ਜਾਂਦੀ ਹੈ ਰਿਵਾਜ ਸਾਰੀ ਗੱਲ ਤੋਂ। ਉਸ ਦਿਨ ਤੁਹਾਨੂੰ ਇੱਕ ਮੁਰੱਬੀ ਨੇ ਸਿਰਫ ਸਮਝਾਇਆ ਹੈ ਕਿ ਮਿਰਜ਼ਾ ਸਾਹਿਬ ਦੀ ਇਹ ਤਾਲੀਮ ਨਹੀਂ ਹੈ ਜਿਹੜੀਆਂ ਗਾਲਾਂ ਤੁਸੀਂ ਕੱਢਦੇ ਹੋ। ਤੇ ਤੁਸੀਂ ਆਖਿਆ ਮਿਰਜ਼ਾ ਸਾਹਿਬ ਵੀ ਗਾਲਾਂ ਕੱਢਣ ਲੱਗੇ ਸੀ ਜਵਾਬ 'ਚ। ਤੇ ਉਹ ਤੁਸੀਂ ਲਫ਼ਜ਼ ਨਹੀਂ ਸਮਝੇ ਕਿ ਮੈਂ ਅੱਗੇ ਕੀ ਕਿਹਾ ਸੀ? ਉਹ ਨਹੀਂ ਸੁਣਿਆ? ਮੈਂ ਕਿਹਾ ਜਿੰਨਾ ਕਿਸੇ ਤੇ ਜ਼ੁਲਮ ਹੋਵੇ ਉਹਨਾਂ ਉਹ ਜਵਾਬ ਦੇ ਸਕਦਾ ਹੁੰਦਾ। ਮਿਰਜ਼ਾ ਸਾਹਿਬ ਨੇ ਗਾਲੀ 'ਚ ਪਹਿਲ ਨਹੀਂ ਕੀਤੀ। ਮਿਰਜ਼ਾ ਸਾਹਿਬ ਨੇ ਜਿਨ੍ਹਾਂ ਦੇ ਵਿੱਚ ਸਿਫਤ ਪਾਈ ਜਾਂਦੀ ਸੀ ਉਹ ਉਹਨਾਂ ਨੂੰ ਕਿਹਾ ਸੀ, ਜਿਹੜੇ ਮਿਰਜ਼ਾ ਸਾਹਿਬ ਨੂੰ ਗਾਲੀਆਂ ਬਾਰੇ ਖਤ ਲਿਖਦੇ ਸੀ। ਹੁਣ ਤੁਸੀਂ ਉਸ ਗੱਲ ਨੂੰ ਜਾਣ ਬੁੱਝ ਕੇ ਬਣਾ ਕੇ ਨਹੀਂ ਤੇ ਮੈਂ ਹੁਣੇ ਦੱਸ ਦਿੱਤਾ। ਹੁਣ ਤੁਸੀਂ ਦੁਹਰਾਉਂਦੇ ਹੋ ਕਿ ਮੇਰੇ ਲਫ਼ਜ਼ ਜਿਹੜੇ ਨੇ ਨਾ, ਮੈਂ ਤਾਂ ਆਪਣੇ ਲਫ਼ਜ਼ ਮੇਰੇ ਮੂੰਹ 'ਚ ਪਾਵੋ। ਮੈਂ ਤਾਂ ਗੱਲ ਦੱਸ ਦਿੱਤੀ, ਤੁਸੀਂ ਰਿਕਾਰਡਿੰਗ ਸੁਣ ਲਓ। ਮੈਂ ਤੁਹਾਡੇ ਮੂੰਹ 'ਚ ਲਫ਼ਜ਼ ਨਹੀਂ ਪਾਉਂਦਾ, ਤੁਸੀਂ ਬੋਲਣੇ ਆਪਣੀ ਮਰਜ਼ੀ ਨਾਲ। ਤੁਹਾਡਾ ਕੰਮ ਆ ਲੜਾਈ ਕਰਵਾਉਣਾ, ਤੁਹਾਡਾ ਕੰਮ ਆ। ਜਿਹੜੇ ਮੌਲਵੀ ਸੂ ਨਹੀਂ ਉਹ ਤੁਸੀਂ ਮੌਲਵੀ ਸੂ। ਮੈਂ ਆ ਕੇ ਦੱਸਦਾ ਪਿਆ ਕਿ ਕਿਸੇ ਕੁੱਤਾ ਕਹਿਣਾ ਇਹ ਉਹ ਗਲਤ ਆ। ਕੋਈ ਵੀ ਕਹਿੰਦਾ ਭਾਵੇਂ ਅਹਿਮਦੀ ਹੋਵੇ, ਜਿਹੜਾ ਕੋਈ ਮਰਜ਼ੀ ਹੋਵੇ। ਤੁਸੀਂ ਨਾਲ ਹੀ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਮੈਂ ਲੜਾਵਾਂ ਬੁਲਾਵਾਂ, ਮਤਲਬ ਲੜਾਈ ਕਰਵਾਉਣੀ ਹੈ। ਵਾਹ ਮੇਰੀ ਗੱਲ ਸੁਣੋ, ਤੁਸੀਂ ਹੁਣ ਤੁਹਾਨੂੰ ਦੂਸਰੇ ਮੇਰੀ ਗੱਲ ਸੁਣੋ, ਤੁਹਾਨੂੰ ਦੂਸਰੇ ਚੈਨਲ ਤੇ ਕੀ ਕੁਛ ਕਹਿਣ ਦੇ ਯਾਰ ਗੱਲ ਦੂਜੇ ਨੂੰ ਵੀ ਕਰ ਲੈਣ ਦੋ ਕਰੋ ਨਾ ਰਹੀਲ ਸਾਹਿਬ, ਗੱਲ ਅਗਲੇ ਦੀ ਵੀ ਵਾਰੀ ਆ ਲੈਂਦਾ ਕਰੋ। ਬੋਲੀ ਜਾਂਦੇ ਨੇ। ਮੈਂ ਪੁੱਛਿਆ ਕਿ ਤੁਸੀਂ ਮੁਰੱਬੀ ਸਾਹਿਬ ਦੇ ਬੇਟੇ ਹੋ, ਤੁਹਾਡੇ ਵਾਲਦ ਮੁਰੱਬੀ ਸਨ,
ਤੇ ਤੁਸੀਂ ਐਡੀ ਵੱਡੀ ਗੱਲ ਕਹਿ ਦਿੱਤੀ ਹੈ ਕਿ ਮਿਰਜ਼ਾ ਸਾਹਿਬ ਨੂੰ ਲੋਕੀ ਗਾਲਾਂ ਕੱਢਦੇ ਸੀ ਤੇ ਉਹ ਖਤ ਬਰੰਗ ਆਉਂਦਾ ਸੀ ਤੇ ਉਹਦੇ 'ਚ ਗਾਲਾਂ ਲਿਖੀਆਂ ਹੁੰਦੀਆਂ ਸੀ, ਤੇ ਜਵਾਬ 'ਚ ਮਿਰਜ਼ਾ ਸਾਹਿਬ ਵੀ ਉਹਨਾਂ ਨੂੰ ਇਹ ਗੱਲ ਦੁਹਰਾਉਣ ਦਾ ਬਾਰ-ਬਾਰ ਕੀ ਫਾਇਦਾ? ਕਿਉਂ ਦੁਹਰਾ ਰਹੇ ਹੋ ਬਾਰ-ਬਾਰ? ਕਿ ਮੈਂ ਤਾਂ ਜਵਾਬ ਵੀ ਦੇ ਦਿੱਤਾ। ਤੁਸੀਂ ਗਲਤ ਬਿਆਨੀ ਕੀਤੀ ਹੈ। ਨਹੀਂ ਗਲਤ ਬਾਤ ਨਹੀਂ ਕਿ ਮੈਂ ਤਾਂ ਜਵਾਬ ਦਿੱਤਾ ਮੈਂ ਜਿਹੜਾ ਜਵਾਬ ਦਿੱਤਾ ਉਹ ਸਾਰਿਆਂ ਨੇ ਸੁਣ ਲਿਆ ਕਿ ਮੈਂ ਕੀ ਜਵਾਬ ਦਿੱਤਾ ਕਿ ਜਿੰਨਾ ਕਿਸੇ ਤੇ ਜ਼ੁਲਮ ਹੁੰਦਾ ਉਹਨੇ ਜ਼ੁਲਮ ਦਾ ਉਹ ਜਵਾਬ ਦੇ ਸਕਦਾ ਵਾ। ਅਗਰ ਉਹ ਮਾਫ ਕਰ ਦੇ ਤਾਂ ਬਹੁਤ ਅੱਛੀ ਗੱਲ ਹੈ। ਹੁਣ ਮੈਨੂੰ ਤੁਸੀਂ ਮਤਲਬ ਗਾਲ ਕੱਢੋ ਤੇ ਅਗਰ ਮੈਨੂੰ ਤੁਸੀਂ ਮਤਲਬ ਬੇਈਮਾਨ ਕਹਿ ਦਿੰਦੇ ਹੋ ਬਾਜ਼ਾਰ ਤੇ ਮੈਂ ਵੀ ਅਗੋ ਤੁਹਾਨੂੰ ਬੇਈਮਾਨ ਕਹਿਦਾ ਤਾਂ ਗਲਤ ਹੋਏਗਾ ਕਿਉਂਕਿ ਪਹਿਲ ਤੁਸੀਂ ਕੀਤੀ। ਮਤਲਬ ਇਹ ਮਿਰਜ਼ਾ ਸਾਹਿਬ ਵੀ ਉਹਨਾਂ ਨੂੰ ਉਂਝ ਹੀ ਮਤਲਬ ਇਹ ਵੀ ਮਤਲਬ ਤੁਹਾਡਾ ਕੰਮ ਆ ਮੌਲਵੀ ਸੂਹ ਦਾ ਕੰਮ ਕਰਨਾ, ਮੌਲਮਾ ਹੱਕ ਦਾ ਅਦਾ ਕਰਦਿਆ ਕਰੋ ਕਤੀ ਗੱਲ। ਹੁਣ ਮੈਂ ਤੁਹਾਨੂੰ ਦੂਸਰੇ ਚੈਨਲ ਤੇ ਜਾ ਕੇ ਕਹਾਂ ਕਿ ਤੁਹਾਨੂੰ ਕੀ ਕੁਛ ਕਿਹਾ ਜਾ ਰਿਹਾ, ਲਫ਼ਜ਼ ਦੁਹਰਾਵਾਂ ਇੱਥੇ ਐਵੇਂ ਫਜ਼ੂਲ। ਲੇਕਿਨ ਮੈਂ ਨਹੀਂ ਦੁਹਰਾਵਾਂਗਾ ਲਫ਼ਜ਼ ਜਿਹੜੇ ਤੁਹਾਨੂੰ ਦੂਸਰੇ ਮੌਲਵੀ ਕਹਿੰਦੇ ਨੇ, ਇਹ ਜਿਹੜੇ ਗਲਤ ਲਫ਼ਜ਼ ਕਿ ਤੁਸੀਂ ਸੋਚ ਨਹੀਂ ਸਕਦੇ। ਜੋ ਤੁਸੀਂ ਕਿਹਾ ਤੁਸੀਂ ਉਹਦੇ ਤੇ ਖੜੇ ਹੋਵੋ ਨਾ। ਤੁਸੀਂ ਕਿਹਾ ਕਿ ਮਿਰਜ਼ਾ ਸਾਹਿਬ ਵੀ ਜਵਾਬ 'ਚ ਗਾਲਾਂ ਕੱਢਦੇ ਸੀ। ਨਹੀਂ ਉਹ ਨੱਸ ਗਏ ਨੇ, ਉਹ ਨਹੀਂ ਜਵਾਬ ਨਹੀਂ ਉਹਨਾਂ ਨੂੰ, ਬਸ ਉਹਨਾਂ ਨੇ ਆਪਣਾ ਕਹਿਣਾ ਸੀ ਅੱਲਾ ਦੇ ਉਹ ਸਾਹਿਬ ਉੱਪਰ ਆਓ ਤੇ ਗੱਲ ਦਾ ਜਵਾਬ ਵੀ ਲੈ ਕੇ ਜਾਇਆ ਕਰੋ ਨਾ, ਇਸ ਤਰ੍ਹਾਂ ਨਹੀਂ ਕਿ ਆਪਣੀ ਗੱਲ ਕੀਤੀ ਚੱਲ ਵੀ ਉੱਪਰ। और रहील मिर्जा ही चला गया। ਇਹ ਕਹਿੰਦੇ ਨੇ ਮਿਰਜ਼ਾ ਸਾਹਿਬ ਵੀ ਜਵਾਬ 'ਚ ਗਾਲਾਂ ਕੱਢੀਆਂ ਸੀ। ਇਹ ਨਹੀਂ ਤਾਂ ਅਕਲ ਹੈ ਇਹਨਾਂ ਨੂੰ। मिर्जा साहब ਨੂੰ ਖਾਤਾਂ ਆਉਂਦੇ ਸੀ ਗਾਲੀਆਂ ਦੇ ਤੇ ਉਹ ਗਾਲੀਆਂ ਕੱਢਣ ਸ਼ੁਰੂ ਕਰ ਦਿੰਦੇ। ਹਾਂ इस घर को आग लग गई घर के चिराग से। यही गल है ना तारी जान साहब के खिलाफती ग्रुप के बंदे एक कहना वा नबूवत जारी है जारी है पर आएगा कोई नहीं। नबी सर मिर्जा साहब उससे खिलाफती ग्रुप का दूसरा बंदा कहता नहीं नबी नहीं था गैर शरई गैर हकीकी अक्सी जिल्ली बरूदी सिर्फ खिलाफती ग्रुप के बंदे ही हुण तुसीं वेख लो कि ताहा रंगे साहब का बयान हो रहा, मिर्जा साहब के बारे च कीदा हो रहा, बम्बास्टिक का हो रहा, तलत मलक का हो रहा, बल्कि आपस में लड़ते ने इस गल ते। हाँ जी, यानी इन्हां दा आपस एक फिरके दा एक नबी दे उत्ते या एक शख्सियत दे उत्ते इत्तफाक नहीं हैगा। चलो फिर अबू बकर रिकॉर्डिंग करिए दो भरा। अबू बकर भाई एक मिनट रुकिया जे मैं रिकॉर्डिंग कर रहा था, मैं बंद करके ओदी मेरी गाना है। एक मिनट। रिसाला सिराज मुनीर का जवाब। जी स्टार्ट करो यहाँ। मिर्ज़ा साहब ने एक रिसाला लिखा था सिराज मुनीर, ये उसका जवाब है। शेख बटालवी रहमहुल्लाह ने रिसाला अशात सुन्ना के 18वीं जिल्द में इसको दर्ज किया है। कहते हैं ये रिसाला 76 सफ़े का है और ये वो रिसाला है जिसको आपने बराइन अहमदे की मौजूदा जिल्दें छपवाने के बाद 1886 में तसनीफ़ करने और चंद हफ्तों में ख़त्म करके छाप देने का वादा इश्तिहार 20 फरवरी 1886 में मुश्तहर किया था। आपने बराहीन के लाफजनियों यानी पेशगोइयों को तस्खीर हमका इत्तबा के लिए नाकाफ़ी समझ कर, थोड़ी मुश्किल उर्दू लिखी है, मैनू यदि ट्रांसलेशन आमदी तो चौहान साहब नूं भी आमदी है कि बराहीन की जो पेशगोइयाँ हैं उनको बेवकूफ़ों की, वो जो बेवकूफ़ मानने वाले हैं फॉलोअर्स हैं उनकी मतलब है कि तस्खीर के बाद उनके ऊपर हावी हो जाने के बाद समझा कि वो काफ़ी नहीं है, ना काफ़ी समझ कर इस रसाले में और पेशगोइयों का इन अहमकों को लालच दिया था। यानी मैं सिराज मुनीर में मज़ीद पेशगोइयाँ लिखूँगा और उसके ज़रिए से इनका रुपया खूब बटोरा, मगर अब 1897 में वो रसाला छापा तो उसमें 37 ऐसी पेशगोइयाँ दर्ज की कि वो
بجوز ایک پیش گوئی ازالہ و چند پیش گوئیاں اشتہارات 1897 سب کے سب اسی ابراہیم کی پرانی لن ترانیاں ہیں۔ الغرض کسی نئی پیش گوئی کا اس میں نام و نشان نہیں ہے، اور اس طرفہ پر یہ ترا کے 5000 پیش گوئیوں میں سے جن کا آپ کو دعویٰ ہے، اس رسالے میں صرف 37 پیش گوئیاں بمشکل آپ نے درج کی ہیں۔ سو بھی اس ہیلا اور فریب سے ایک ایک پیش گوئی کو کئی بار ذکر کیا اور ان کا نمبر شمار جداگانہ بنا لیا۔ مثلاً پیش گوئی متعلق عبداللہ آتم علیہ السلام کو کئی بار ذکر کر کے ان کا نمبر 13، 15، 30، 32، 33 بنا لیا۔ والا حاضل قیاس، آپ کی اس چالاکی کو دیکھ کر آپ کی جرت اور جسارت پر کمال تعجب آیا کہ آپ نے حیا سے کام لے کر یہ نہ سوچا کہ میرا وعدہ کیا تھا اور میں نے کیا کیا، اور آپ کے اتباع دام افتادہ حمقہ پر کمال افسوس آیا کہ وہ اس رسالے کو دیکھ کر بھی الہامی قاتل صاحب کے بد عہد فریبی وہ غدار مکار ہونے کا یقین نہیں کرتے اور اس کی پیروی تقلید سے ہاتھ نہیں کھینچتے اور اس سے نہیں پوچھتے کہ حضرت اشتہار 20 فروری 1886 میں آپ نے ایک نیا رسالہ مشتمل بر نشانات جدیدہ کا وعدہ دے کر ہم سے روپیہ بٹورا تھا، یا اسی اسٹریل کتاب خوگر کی بھرتی مجموعہ احتلامات شیطانی براہین کے دوبارہ چھاپ دینے کا اور اسی کی پرانی لنترانیوں کا اس میں اعادہ کرنے کا وعدہ تھا۔ اب اس گمراہ پارٹی کی کوئی صورت امید نہیں ہے۔ ایسی سری بدعہدی و چالاکی اور فریب بازی پر وہ متنبع ہو کر راہ یاب نہ ہوئے تو آئندہ کیسے ہوں گے؟ الحق وہ اس کی تقلید میں اندھے بہرے ہو گئے اور عنایت کے مصداق بن گئے۔ اولئک الذین طبع اللہ علی قلوبہم وسمعہم وابصارہم واولئک هم الغافلون۔ سورہ نحل۔ فمن یہدی من اضل اللہ وما لم من ناصرین۔ ہم ان کے اشتہارات 1897 اور پرانی لنترانی براہین احمدیہ کا جواب کیا دیں جو بارہا دے چکے ہیں، اور اپنے وقت رسالہ اور پیا کا خون کیوں کریں؟ وہاں تو برطبق خریداری مفت، فوج تفلان مفت، مطبع مفت کا روپیہ، مفت کا وقت بھی مصروف، جس کو بخبران فریب بازوں کے کوئی کام نہیں، اور یہاں تو سب کچھ قیمتی ہے۔ اور جن پیش گوئیوں براہین کا جواب ہماری تحریرات سابقہ میں نہیں آیا، وہ الہامی قاتل کے صرف دعوی ہیں۔ ان کے وقوع و تحقیق کا مفہوم ان کے دعویٰ، اس کو دعویٰ نہیں تو ثبوت کو جا، اور اس کے جواب دینے کی ضرورت ہی کیا؟ ہاں، اس مقام میں لاف زنیوں کے علاوہ اس کی چند لن ترانیوں کا جواب دینا ضروری ہے جو ذیل میں دیا جاتا ہے۔ اول آپ نے اس رسالہ کے صفحہ 3 میں یہ اعتراف کیا کہ رسول، مرسل و نبی ہونے کا مجھے دعویٰ ہے، مگر نہ حقیقی معنی سے بلکہ مجازی معنی سے، جیسا کہ حدیث میں مسیح موعود کے حق میں مجازی معنی سے نبی کا لفظ بولا گیا ہے۔ اس کا جواب یہ ہے کہ قرآن و حدیث میں غیر رسول و غیر نبی کو خدا کا رسول و نبی نہیں کہا گیا۔ آپ میں ایک ذرہ شرم و حیا ہے تو ایک آیت یا حدیث ایسی بتا دیں جس میں غیر نبی کو خدا کا رسول یا خدا کا نبی کہا گیا ہو۔ حضرت مسیح موعود کے حق میں جو لفظ نبی بولا گیا ہے وہ حقیقی معنی سے بولا گیا ہے۔ فتویٰ تکفیر میں حدیث ملاحظہ کریں اور اس دھوکہ بازی سے شرمائیں۔ دوم، اس کے صفحہ 4 میں آپ نے فرمایا ہے میں نے کسی نبی کی توہین نہیں کی۔ ہاں، یہ سچ ہے کہ میں فضل خدا اپنے آپ کو مسیح سے کم نہیں دیکھتا، اپنے کو مسیح سے کم نہیں دیکھتا۔ اس کا جواب یہ ہے کہ آپ نے جو انبیاء کی توہین کی وہ ہم رسالہ جلد 13 اور 14 میں بضمن فتویٰ اور جواب آسمانی فیصلہ اور جلد حاضہ کے
صفحہ 74 وغیرہ میں بیان کر چکے ہیں۔ ہم ان سب توہینات سے قطع کر لیں تو آپ کی تکفیر کے لیے یہی توہین کافی ہے جو آپ کے اس قول میں پائی جاتی ہے کہ تین مسیح سے کم نہیں۔ صوم اس کے صفحہ 5 میں آپ نے کہا ہے کہ میرے کاموں سے مجھے پہچانو۔ اس کا جواب یہ ہے کہ ہم نے آپ کے یہی کام دیکھے ہیں، غیر مذاہب کے لوگوں اور ان کے معبودوں کو گالیاں دینا اور ان کے بدلے حضرت صلی اللہ علیہ وسلم کو گالیاں دلوانا اور مسلمانوں کے علماء و مشائخ کو لعنتیں کہنا اور بدذات حرامزادہ وغیرہ گالیاں دینا، تقریر تحریر میں سچ نہ بولنا، اسلام کا وکیل بن کر جھوٹی پیشگوئیاں کرنا اور مخالفوں سے اسلام کی ہنسی کرانا وغیرہ وغیرہ، انہی کاموں سے ہم نے آپ کو پہچانا ہے کہ آپ بڑے کذاب ہیں، زیادہ کیا کہیں، نیا طرز خطاب مانے ہیں۔ لو جی، ایک اور ثبوت اس بات کا مل گیا کہ مخالفین اسلام کو اسلام پر ہنسی کروایا کرتے تھے، جھوٹی پیشگوئیاں بنا بنا کر کیا کرتے تھے۔ جب وہ پیشگوئیاں جھوٹی نکلتی تھیں تو پھر غیر مسلم ہنستے تھے۔ چوتھی بات یہ ہے کہ اس کے صفحہ 49 میں یعنی 49 صفحے میں آپ نے کہا ہے کہ ابو سعید محمد حسین سید احمد خان سے مراد صاحب سید احمد خان و فلاں فلاں 9 اشخاص قادیان میں آمیں اور 2 گھنٹے تک چپ رہ کر میرا واز سنیں اور پھر قسم کھائیں کہ پیش گوئیاں عبداللہ آتم کے متعلق، لیکرام کے وغیرہ کے متعلق یہ سب دروغ گوئیاں ہیں اور 41 روز میں عذاب کا مزہ پامیں۔ یعنی مرزا صاحب نے کہا ہے کہ یہ سب لوگ آئیں میرے گاؤں میں قادیان میں وہاں پر عبداللہ آتم اور لیکرام وغیرہ کے متعلق بات کروں گا، 2 گھنٹے تک چپ رہ کے آپ نے میری یہ گفتگو سننی ہے، پھر اگر آپ نہ مانیں تو 41 روز میں عذاب کا مزہ پائیں گے۔ اس کا جواب دیتے ہیں شیخ، کہتے ہیں ان 9 اشخاص میں سے اور تو کوئی بھی آپ کی لعن ترانیوں کی طرف توجہ نہیں کرتا، ایک میں ہی آپ کا گاہک ہوں جو آپ کی خوش قسمتی سے آپ کے رد خیالات و مقالات کی جوش و ولولہ میں مصرع قرا فال بنام من دیوانہ زوند کا مصداق ہو رہا ہوں۔ میں حاضر ہوں، جب حکم ہوگا قادیان میں حاضر ہو جاؤں گا، بشرطے کہ آپ میرے رسالہ نمبر 2 جلد حاضر 53 وغیرہ کو ملاحظہ فرما کر میری جائز شرطوں کو مان لیں اور اپنی ناجائز شرطوں کو واپس لیں، یا میرے اعتراضات کا جواب دے کر اپنی شرائط کی ضرورت ثابت کریں۔ اشتہار قطعی فیصلہ 19 مئی 1897 کا جواب، یہ خاکسار تو تعمیل حکم اشتہار 19 مئی کو بھی تیار ہے، جیسا کہ تعمیل حکم رسالہ سراج منیر حاضری قادیان کے لیے تیار ہے۔ دیر صرف یہی ہے کہ آپ بیان کر دیں کہ قادیان میں آنے کا حکم جو رسالہ سراج منیر میں ہوا تھا اسی حکم سے منسوخ ہوا یا ان دوستانہ حکموں کے اجراء میں الہام غلطی کھا گیا، اور ایک آنچ جو یہ کسر رہ گئی کہ آپ نے وہ نشان جو 1 سال کے عرصہ تک آپ دکھلائیں گے متعین نہیں کیا، اس کسر کو بھی نکال دیں تاکہ ایسا نہ ہو کہ میرے کرتے کی کھنڈی ٹوٹ جائے یا کپڑے میلے ہو جائیں تو آپ اس کو اپنے لیے نشان آسمانی قرار دیں، یا اپنے پاجامے سے ایک جونک نکال کر مار دیں، یا ایسا ہی کوئی اور نشان دکھا دیں، یا اس بیت کا مصداق ہو۔ این کرامت ولی ما چے عجب گرب شاید گفت باران شدید۔ زیادہ عرض کیا کروں، صفحہ 56 115 ملاحظہ فرمائیں۔ یہ جو شیخ نے لکھا ہے نا کہ میرے کرتے کی کھنڈی ٹوٹ جائے یا کپڑے میلے ہو جائیں تو آپ اس کو اپنے لیے نشان آسمانی قرار دیں، یہ بات بالکل درست ہے، ایسے ہی ہوا ہے۔ مرزا صاحب کے ایک مرید نے آ کر مرزا صاحب کو بتایا کہ آج شیخ بٹالوی کو ہم نے بٹالہ اسٹیشن پر دیکھا تو ان کے کپڑے جو تھے وہ میلے تھے اور ان کے کرتے کے وہ اوپر لگی ہوتی
کھنڈی اس کو بولتے تھے. ایک سیکنڈ یہ دیوبندی نہیں ہے. یہ اوپر ایک ہوک سی بنی ہوتی تھی تو وہ ٹوٹی دیکھی تو انہوں نے کہہ دیا کہ واہ 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 عذاب نہیں تو اور کیا ہے، یہ آسمانی نشان نہیں تو اور کیا ہے. یہ بالکل درست بات ہے جو شیخ نے لکھی ہوئی ہے. یہ سراج منیر کا جواب تھا. بند کر دیں اس کو. یہ سیم وہی ہے نا حکم فروری 1904 کا. کون سا؟ عامر بھائی کیا بولو؟ یہ 1895 جو حوالہ ابھی پیچھے آپ نے پڑھا ہے یہ سیم حکم فروری 1895 کا ہے. ہاں یہ میں نے پڑھ کے سنانا تو یہ مجھ سے کوئی کسی ساتھی نے بھی حوالہ مانگا تھا. خواجہ غلام فرید صاحب سجادہ نشین چاچڑا اور مرزا غلام احمد الہامی قاتل خونی مسیح قادیان. اس کو ریکارڈ کر لیں کیونکہ خواجہ غلام فرید چاچڑا والا ان کے بارے میں مرزائی بہت لن ترانیوں سے کام لیتے ہیں اور کہتے ہیں کہ وہ جناب مرزا صاحب کے بارے میں بڑے ایک بار اخبار کا بھی حوالہ بتا دیں، ڈیٹ بھی بتا دیجیے. 1895 کا اور وہ صرف عامر نذیر کے پاس ہے. باقیوں کو مرزائیوں کو صبر کرنا چاہیے. وہ چیختے رہیں کہ ہمیں نہیں دیتا رسالے اپنے، ان کو صبر کرنا چاہیے. یہاں سے ریکارڈنگ لے لینی چاہیے، کاپی کر لینا چاہیے. کیوں ضیاء رسول مولوی؟ میں جب مر جاؤں گا تو مولوی ضیاء رسول سے لے لیں گے. یہ خواجہ غلام فرید چاچڑا والا. اللہ پاک آپ کو لمبی زندگی دے جی. یہ کسی کو نہیں پتا آپ نے پہلے جانا جب میں نے جانا ہے. ایسی بات کیوں کر رہے ہو؟ اچھا بہرحال یہ حضرت خواجہ غلام فرید صاحب کے بارے میں مرزائی جو لانترانیاں کرتے ہیں نا، آج تھوڑا سا اس کا حوال بیان کرتے ہیں. الہامی قاتل خونی مسیح مسلمہ زمانی مرزا غلام احمد قادیانی نے اسلامی دنیا میں ایک نیا جال پھیلانا اور اس میں معتقدین مشائخ کرام کو پھنسانا چاہا تھا. رسائل انجام آتم میں اس نے اپنا پرانا ڈھکوسلا مباہلہ درج کیا تو اس میں علماء اسلام کے ساتھ مشائخ اعظام پنجاب و ہندوستان کو بھی اپنا مخاطب بنا لیا. اس کی اس گیدڑ بھبکی کو اکثر علماء مشائخ ہندوستان اور پنجاب نے تو لا شے میں سمجھا اور اس کی طرف نگاہ التفات سے نہ دیکھا، مگر ایک گوشہ نشین خلوت گزین بزرگ نے جو اس زمانے کی چلاکیوں اور مکاریوں کی دھوکہ بازیوں سے واقف نہیں اور ذکر و شغل و ارشاد طلاب و تلقین خاص احباب میں مصروف رہتے ہیں، یعنی خواجہ غلام فرید صاحب سجادہ نشین چاچڑا. انہوں نے محض دفع شرر و رفع ضرر کی غرض سے قادیانی کو اس کی درخواست مبالغہ کے جواب میں اس مضمون کا عربی میں خط لکھوایا کہ مجھ کو آپ سے پرخاش نہیں ہے، مجھے اس خطاب سے معاف رکھیں. یعنی شیخ کہنا چاہتے ہیں کہ مرزا قادیانی نے 1896 میں جو مباہلے کا اشتہار دیا تھا تمام علماء اور مشائخ کو، اس میں خواجہ غلام فرید چاچڑا والے کو بھی مخاطب کیا. تو انہوں نے جواباً مرزا صاحب کو خط لکھا عربی میں اور کہا کہ مجھے اس معاملے سے معاف ہی رکھیں، مجھے کوئی آپ سے پرخاش نہیں ہے. قادیانی نے خواجہ صاحب کی اس قدر آراز کو از بس غنیمت سمجھا اور اس کو اپنی توثیق قرار دے کر ضمیمہ جامع آتم میں چھاپ کر مشتہر کر دیا اور اس کے شکریہ میں ایک طولانی خط عربی کا خواجہ صاحب کی تعریف و توصیف میں لکھ کر ان کے حضور میں بھیج دیا. اس کے بعد اور 2 خط فارسی میں خواجہ صاحب کی طرف سے قادیانی کے نام بھیجے گئے، جن میں پہلے خط کی نسبت قادیانی کی تائید تعریف بھی پائی جاتی ہے. ان خطوں کی قادیانی نے فارسی میں ایک عربی میں اس کو مرزا صاحب نے اپنا سرٹیفکیٹ بنا لیا کہ دیکھو جی اتنا بڑا گدی نشین میرے بارے میں یہ کہتا ہے. اور سراج منیر رسالہ جو بھی میں نے آپ کو بتایا ہے اس میں
ख्वाजा गुलाम फरीद के ख़त शाया कर दी। इन ख़तों के शाया होने से मुसलमानों में खुसूसन उन असहाब में जो मशाइख़ कराम और औलिया अज़ाम से हुस्न अक़ीदत रखते हैं कमाल तशवीश और तरद्दुद पैदा हुआ, और उन्होंने बिलवास्ता और बिला वास्ता मरासलत के ज़रिए से अपनी तशवीश और तरद्दुद का ख्वाजा साहब के हुजूर में इजहार किया। एक मौलवी साहब ज़िला लाहौर से बज़ाते खुद ख्वाजा साहब के हुजूर में हाजिर और तदारक के माफ़ात और इस्लाह फ़साद कादियानी के दर पे से हुए। मेरा ख्याल है ख्वाजा अपना मौलाना गुलाम दस्तगीर कसूरी की बात कर रहे हैं शेख, कि वो आए थे उनको ख्वाजा साहब को बात समझाने के लिए। उनको अपनी तहकीक व तफ्तीश से ये मालूम हुआ कि ख्वाजा साहब बज़ाते खुद कादियानी की तहरीरात और इश्तिहारात को मुलाजा नहीं फरमाते। उनके पास खुदाम ऐसे हैं जो कादियानी के रसायल और इश्तिहारात देखकर उसके दाम में फंस गए हैं। वही लोग ख्वाजा साहब के हजूर में कादियानी की खुदा परस्ती और बुजुर्गी की तारीफ़ें करके उस मरासलत के मौजब हुए हैं। उन्होंने जो कुछ चाहा लिखा और ख्वाजा साहब की तरफ से कादियानी के नाम पर रवाना किया। मौलवी साहब मसूफ़ ने हर चंद कोशिश की कि वह कायद व मकायद कादियानी उसकी असली तहरीरात से निकाल कर ख्वाजा साहब के हजूर में पेश करें और खतूत मज़कूरा के बरखिलाफ़ उनकी राय कायम कराएं, मगर वो इस कोशिश में कामयाब न हुए। अज़ंजा के अजहार कायद व मकायद कादियानी इस्लाह व फ़साद इस मसाइल मसानी का कुरा इस खाकसार के नाम पर डाला गया है, और इस आजिज़ को इस काम के अख्ताम में एक ख़ास मलका अता किया गया है। लिहाजा खुदा ताला ने इस आजिज़ के दिल में ये अलका किया कि ये नातवान खुद ख्वाजा साहब के हजूर में हाज़िर होकर अकायद व मकायद कादियानी इसकी असली तसानीफ से दिखा के ख्वाजा साहब की राय ज़मीन उनकी निस्बत ज़ाहिर कराए। बिनाबर अलह खाकसर वस्त मुहर्रम 1315 में डेरा नवाब साहब बावलपुर में पहुंचा और ख्वाजा साहब की मुलाकात से मुशर्रफ हुआ और कादियानी के अकायद व मकायद असल तसानीफ से निकाल कर ख्वाजा साहब मसूफ़ को दिखाए, जिनको देखकर ख्वाजा साहब कादियानी से सख्त मुतनफ़र और बेजार हुए, और मालूम हुआ कि हज़रत ममदू ने जो कुछ कादियानी के हक़ में कहा था वो महज दफ़ा शरर और रफ़ा मौज़िर पर मबनी था और तमील यकम अनजल मखाफता शरा का नतीजा था। और अगर हज़रत ममदू को किसी कदर कादियानी की निस्बत नेक गुमान था तो इस वजह से था कि कादियानी मुसलमान कहलाता था और हज़रत ममदू को मुसलमानों से हुस्न ज़न था, और उसकी असली तसानीफ देखने का इत्तफाक न हुआ था। इस हुस्न ज़नी और अदम इतला तसानीफ कादियानी की वजह से आपने उसके हक़ में कलमा खैर फरमाया था और शेख सादी की इस कौल पर अमल किया था, मेरा पीर दानाए मुर्शद शहाब दो अंदर फरमूद बरूए आब यके आंके दरख्वेश खुद बीन मबाश दगर आंके बगैर बदीम बबाश। हज़रत ममदू ने असल तसानीफ कादियानी में उसके अकायद व मकालात देखे तो उस पर बहुत आशुफ्ता हुए और उसकी शौकियों और बेअदबियों पर जो हज़रत ख़ातमुल मुरसलीन आले जनाब में इससे सरज़द हुई, कलमा अस्तगफिरुल्लाह ज़ुबान पर लाए और फरमाया कि ये शख्स अहलुल्लाह और मौयद मिनल्लाह नहीं है और कमाल दर्जे का बेअदब है और खुद सताई करने वाला और नाम आवरी और शोहरत का तालिब है और अपने दावों में सच्चा नहीं है। हज़रत के बाद खुद्दाम हज़ार मजलिस ने हज़रत के सामने फरमाया कि आइंदा हज़रत उस शख्स से ख़त व किताबत न करेंगे, और हज़रत ने इस पर सकूत फरमाकर उसको तस्लीम कर लिया। इससे नाजरीन को यकीन हो सकता है कि वो खतूत सलसा जो हज़रत की तरफ से कादियानी को पहुँचे हैं वो 3 खतूत, एक अरबी का 2 फारसी के, कादियानी की बरात और तौसीक के दलाइल नहीं हो सकते और ना वो उसके लिए सर्टिफिकेट तस्लीम किए जा सकते हैं। कादियानी अब भी लनतरानियाँ हांके और हज़रत ममदूह को अपना मुसद्दक व मवाफ़क़ करार दे, उसको लाजम होगा कि वो इसी मजमून का एक और ख़त हज़रत ममदूह से हासिल करे और अपने किसी रसाले में छपवाए। ये अमर इससे ना हो सकेगा और हरगिज़ ना हो सकेगा इंशाअल्लाह ताला। पहले इस्लाम और के दीन मशाइख कराम यकीन करें कि ख्वाजा साहब इसके मुसद्दक व मुअय्यद नहीं हैं और उसके दावी से नाखुश हैं। नोट कर लो, खाकसार अबू सईद मोहम्मद हुसैन बटालवी
ਐਡੀਟਰ ਰਸਾਲਾ ਸ਼ਾਹ ਤੋਂ ਸੁਣਨਾ ਪੱਲੇ ਬੰਨ ਲੋ ਗੱਲ। ਸ਼ੇਖ ਨੇ ਚੈਲੰਜ ਕੀਤਾ ਜੇ ਇਸ ਤੋਂ ਬਾਅਦ ਖਾਜਾ ਗੁਲਾਮ ਫਰੀਦ ਚਾਚਣਾ ਵਾਲੇ ਦਾ ਖਤ ਮਿਰਜ਼ਾ ਕਾਦੀਆਨੀ ਆਪਣੇ ਹੱਕ 'ਚ ਦੁਬਾਰਾ ਕੋਈ ਲੈ ਕੇ ਛਾਪ ਦੇਵੇ ਰਸਾਲੇ 'ਚ ਤੇ ਮੈਨੂੰ ਮੁਹੰਮਦ ਹੁਸੈਨ ਬਟਾਲਵੀ ਨਾ ਆਖਿਓ। ਅੱਛਾ, ਰਿਪੋਰਟ ਪਹੁੰਚ ਗਈ ਹੈ। अस्सलाम वालेकुम। ਵਾਲੇਕੁਮ ਸਲਾਮ। ਤੇ ਫਿਰ ਜਨਾਬ ਸਨਾਟੇ ਜਿੰਦਾਬਾਦ ਜਿੰਦਾਬਾਦ। ਫਿਰ ਸਨਾਟੇ ਚ ਆ ਗਏ ਨੇ। ਅੱਜ ਤੋਂ ਬਾਅਦ ਇਹ ਰਿਕਾਰਡਿੰਗ ਜਿਹੜੀ ਹੈ ਇਹਨੂੰ ਇੰਨਾ ਹਿੱਸਾ ਕੱਟ ਕੇ ਚਾੜ ਦਿਓ ਜਿਹੜਾ ਮਰਜ਼ਾਈ ਆਖੇ ਖਾਜਾ ਗੁਲਾਮ ਫਰੀਦ ਚਾਚਣਾ ਵਾਲੇ ਨੇ ਕੀਤੀ ਸੀ ਮਿਰਜ਼ਾ ਸਾਹਿਬ ਦੀ ਤਸਦੀਕ ਤੇ ਉਹ ਤੇ ਦੇਖੋ ਜੀ ਐਡੇ ਵੱਡੇ ਗੱਦੀ ਨਸ਼ੀਨ ਸਨ। ਉਹਨਾਂ ਨੂੰ ਇਹ ਰਿਕਾਰਡਿੰਗ ਸੁਣਾਓ। ਉਹਨਾਂ ਨੂੰ ਆਖੋ ਕਿ ਜਦੋਂ ਸ਼ੇਖ ਨੇ ਜਾ ਕੇ ਮੌਲਾਨਾ ਗੁਲਾਮ ਦਸਤਗੀਰ ਕਸੂਰੀ ਤੋਂ ਬਾਅਦ ਖੁਦ ਜਾ ਕੇ ਅਮਨ ਨਜ਼ੀਰ ਸਾਹਿਬ ਵੀ ਲੈ ਲਓ ਤੇ ਇੱਕ ਵਾਰੀ ਸਾਰਾ ਜਿਹੜਾ ਅਸਲ 'ਚ ਤੁਹਾਡੇ ਕੋਲ ਸਬਰ ਨਹੀਂ ਤੇ ਮੈਂ ਥੋੜੀ ਜਿਹੀ ਗੱਲ ਹੀ ਰਹਿ ਗਈ। ਜੇ ਇਜਾਜ਼ਤ ਹੈ ਮੈਂ ਤਹਿਰੀਰ ਤੇ ਖਤਮ ਕਰ ਸਕਦਾ। ਇਹ ਮੈਨੂੰ ਲੱਗਦਾ ਮੇਰੀ ਤਾਜ਼ਾ ਰਿਪੋਰਟ ਪਹੁੰਚੀ ਤੁਹਾਡੇ ਕੋਲ। ਕਿਹੜੀ? ਇਹ ਜਿਹੜਾ ਖਾਜਾ ਸਾਹਿਬ ਦਾ ਜ਼ਿਕਰ ਖੈਰ ਸ਼ੁਰੂ ਹੋ ਓਏ ਇਹ ਤੁਸੀਂ ਕਸਾਲ ਮੂੰਹ ਚੂਸਣੀ ਦਿਓ ਤੇ ਅਮਰ ਭਾਈ ਤੁਸੀਂ ਗੱਲ ਪੂਰੀ ਕਰੋ। ਨਹੀਂ ਮੈਂ ਥੋੜਾ 1 ਮਿੰਟ ਸਿਰਫ ਹੋਰ ਮੈਂ ਖਤਮ ਕਰਨਾ। ਤਾਰਕ ਸਾਹਿਬ 1 ਮਿੰਟ ਬੰਦੇ ਦਿਓ ਪਲੀਜ਼। ਮੈਂ ਇਹ ਕਹਿ ਰਿਹਾ ਸੀ ਕਿ ਜਿਹੜਾ ਬੰਦਾ ਅੱਜ ਤੋਂ ਬਾਅਦ ਖਾਜਾ ਗੁਲਾਮ ਫਰੀਦ ਚਾਚਣਾ ਦਾ ਨਾਂ ਲੈ ਕੇ ਤੇ ਧੋਖਾ ਦੇਣ ਦੀ ਕੋਸ਼ਿਸ਼ ਕਰੇ ਕਿ ਉਹਨੇ ਮਿਰਜ਼ਾ ਸਾਹਿਬ ਦੀ ਤਾਰੀਫ ਵਿੱਚ ਖੱਤ ਲਿਖੇ ਸਨ ਤੇ ਉਹਨੂੰ ਦੱਸੋ ਕਿ ਖਾਜਾ ਗੁਲਾਮ ਫਰੀਦ ਚਾਚਣਾ ਵਾਲਿਆਂ ਦੇ 2-3 ਮੁਰੀਦ ਸਨ, ਨੌਕਰ ਚਾਕਰ ਸਨ। ਉਹ ਮੌਲਾਨਾ ਗੁਲਾਮ ਦਸਤਗੀਰ ਕਸੂਰੀ ਦੇ ਬਕੌਲ ਉਹ ਕੋਲੋਂ ਹੀ ਖੱਤ ਲਿਖ ਕੇ ਘਰ ਛੱਡਦੇ ਸਨ। ਉਹ ਜਿਹੜੇ 2 ਫਾਰਸੀ ਤੇ ਕਰਬੀ ਦਾ ਖੱਤ ਸੀ। ਜਦੋਂ ਸ਼ੇਖ ਬਟਾਲਵੀ ਰਹਿਮਹੁੱਲਾ ਉੱਥੇ ਗਏ ਨੇ ਉਹਨਾਂ ਨੇ ਜਾ ਕੇ ਖਾਜਾ ਸਾਹਿਬ ਨੂੰ ਗੱਲ ਪੂਰੀ ਦੱਸੀ ਏ ਤੇ ਖਾਜਾ ਸਾਹਿਬ ਨੇ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਤੇ ਤਹਿਰੀਰਾਂ ਵੇਖ ਕੇ ਪੜ੍ਹ ਕੇ ਤੇ ਕੰਨਾਂ ਨੂੰ ਹੱਥ ਲਾਏ ਨੇ ਤੇ ਆਖਿਆ ਅਸਤਗਫਿਰullah, ਇਹ ਬੰਦਾ ਜਿਹੜਾ ਹੈ ਇਹ ਸਖਤ ਗੁਸਤਾਖ ਹੈ और बंदा खुद पसंद है और ये हाँ उसकी शौकियों बेअदबियों पर जो उसने की हैं कलमा अस्तगफिरुल्लाह ज़बान पर लाए और फरमाया ये शख्स अहलुल्लाह और मौयद मिनल्लाह नहीं है और कमाल दर्जे का बेअदब है और ख़ुद सताई करने वाला और नाम आवरी और शोहरत का तालब है और अपने दावों में सच्चा नहीं है। हज़रत के बाद खुद्दाम जो वहाँ मौजूद थे उन्होंने ये बात सुनकर हज़रत से उन्होंने कहा कि आज के बाद हज़रत उसकी किसी बात का जवाब नहीं देंगे, उसको कोई खत नहीं लिखेंगे, जो हो गया सो हो गया। तो हज़रत खामोश हो गए। उन्होंने कहा बिल्कुल ऐसे ही। उसके बाद शेख बटालवी कहते हैं कि अगर अब कोई बंदा ख्वाजा गुलाम फरीद चाचड़ा वाले का नया खत पेश करके दिखाए तो फिर मैं मन्ना। बस ये है मेरी बात। तो ये 1895 का वाक़या है। इसके बाद अगर कोई कादियानी आपके सामने ख्वाजा गुलाम फरीद का रेफरेंस दे जिस तरह की ये तारक साहब स्टेरियल साहब देते हैं और अभी भी देकर आए हैं दूसरी बराड पर, तो उनके सामने मेरी ਉਹਦੇ ਨਜਫ ਅਬਾਸ ਇੱਥੇ ਬੈਠੇ ਦੇ ਸਾਹਮਣੇ ਇਹਨਾਂ ਮੇਰੇ ਕੋਲ ਪੁੱਛਿਆ ਕਿ ਤੁਹਾਡੇ ਖਾਨਦਾਨ ਇਹ ਅਹਿਮਦੀਅਤ ਕਿਸ ਤਰ੍ਹਾਂ ਆਈ। ਮੈਂ ਇਹਨਾਂ ਦੱਸਦਾ ਜੀ ਇਸ ਤਰ੍ਹਾਂ ਆਈ। किस तरह आई? ਇਹ ਉਸ ਦੌਰ ਦੀ ਗੱਲ ਹੈ ਜਦੋਂ ਮੈਨੂੰ ਸਹੀ ਉਹ ਸਨ ਯਾਦ ਨਹੀਂ ਹੈਗਾ ਜਿਹੜਾ ਅਬਦੁੱਲਾ ਥੰਮ ਵਾਲੀ ਪੇਸ਼ਗੋਈ ਦਾ ਚਰਚਾ ਸੀ ਨਾ ਜਿਸ ਦੌਰ ਵਿੱਚ। ਹਾਂਜੀ। ਉਸ ਦੌਰ ਵਿੱਚ ਇਹ ਜਿਹੜੇ ਦਰਬਾਰ ਜਿਹੜਾ ਹੈਗਾ ਸੀ ਨਵਾਬ ਆਫ ਬਹਾਵਲਪੁਰ ਜਿਹੜੇ ਸ਼ਾਇਦ ਉਹਨਾਂ ਦਾ ਨਾਂ ਸੂਬਾ ਸਾਦਕ ਸੀ, ਉਹਨਾਂ ਦੇ ਇਹ ਜਿਹੜੇ ਨੇ ਮੁਰਸ਼ਦ ਸਨ। ਕੌਣ? ਇਹ ਖਾਜਾ ਸਾਹਿਬ ਜਿਹੜੇ ਨੇ ख्वाजा गुलाम फरीद चाचड़ा। हाँ ਖਾਜਾ ਸਾਹਿਬ। ਉੱਥੇ ਸਾਡੇ ਬਜ਼ੁਰਗ ਜਿਹੜੇ ਨੇ ਤੇ ਮੇਰੇ ਪੜਦਾਦਾ ਜੀ ਬਜ਼ਾਤੇ ਖੁਦ ਜਿਹੜੇ ਨੇ ਉਹ ਉਸ ਦਰਬਾਰ ਵਿੱਚ ਮੁਲਾਜ਼ਮਤ ਕਰ ਰਹੇ ਸਨ ਤੇ ਮਿਰਜ਼ਾ ਸਾਹਿਬ ਦੀ ਬੁੱਕਸ ਦਾ ਵੀ ਉਹਨਾਂ ਨੂੰ ਮੁਤਾਲੇ ਸਨ। ਉਹ ਕਿਸੇ ਮੌਲਾਨਾ ਸਾਹਿਬ ਨੇ ਉੱਥੇ ਫਰਮਾਇਆ ਕਿ ਮਿਰਜ਼ਾ ਸਾਹਿਬ ਦਾ ਜ਼ਿਕਰ ਸ਼ੁਰੂ ਹੁੰਦਾ ਸੀ ਉਦੋਂ ਕਿ ਮਿਰਜ਼ੇ ਦੀ ਹੈ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਨਾ ਮਿਰਜ਼ੇ ਦੀ ਅਬਦੁੱਲਾ ਥੰਮ ਵਾਲੀ ਪੇਸ਼ੀਨ ਕੋਈ ਪੂਰੀ ਨਹੀਂ ਹੋਈ। ਤੇ ਜਿਹੜੇ ਉਸ ਟਾਈਮ ਦੇ ਨਵਾਬ ਸਾਹਿਬ ਸਨ ਨਾ ਸੂਬਾ ਸਾਦਕ, ਉਹਨਾਂ ਵੀ ਇਸ ਚੀਜ਼ ਨੂੰ ਦੁਹਰਾਇਆ ਹਾਂ ਬਈ ਮੀਆਂ ਉਹ ਮਿਰਜ਼ੇ ਦੀ ਉਹ ਪੇਸ਼ੀਨ ਕੋਈ ਪੂਰੀ ਨਹੀਂ ਹੋਈ ਅਬਦੁੱਲਾ ਥੰਮ ਵਾਲੀ। ਉਸ ਟਾਈਮ ਖਾਜਾ ਸਾਹਿਬ ਨੇ ਫਰਮਾਇਆ ਸੀ ਕਿਹੜਾ ਖੰਜ਼ੀਰ ਆਂਦਾ ਕਿ ਮਿਰਜ਼ਾ ਸਾਹਿਬ ਦੀ ਅਬਦੁੱਲਾ ਥੰਮ ਵਾਲੀ ਪੇਸ਼ੀਨ ਕੋਈ ਪੂਰੀ ਨਹੀਂ ਹੋਈ।
ਮੇਰੀ ਅੱਖਾਂ ਨਾਲ ਦੇਖੋ ਅਬਦੁੱਲਾ ਥੰਮ ਦੀ ਲਾਸ਼ ਜਮੀ ਆਉਂਦੀ ਹੈ। ਉਹਨਾਂ ਦੀ ਇਸ ਗੁਫ਼ਤਗੂ ਤੇ ਸਾਡੇ ਜਿਹੜੇ ਬਜ਼ੁਰਗ ਸੀ ਪੜਦਾਦਾ ਜਾਨ ਉਹ ਉਹਨਾਂ ਕਿਹਾ ਕਿ ਜੇ ਸ਼ਖਸ ਇਹ ਤਈਦ ਕਰ ਰਿਹਾ ਉਹ ਝੂਠਾ ਨਹੀਂ ਹੋ ਸਕਦਾ, ਔਰ ਇਸ ਬਿਨਾ ਤੇ ਹੀ ਉਹਨਾਂ ਨੇ ਬੈਠ ਕੀਤੀ ਸੀ। ਹੁਣ ਜਿਹੜੀ ਗੱਲ ਰਹਿੰਦਾ ਤੁਸੀਂ ਕਰ ਰਹੇ ਹੋ, ਤੁਸੀਂ ਇਸ ਤਰ੍ਹਾਂ ਕਰੋ ਕਿ ਉਹਨਾਂ ਦੇ ਉਸ ਤੋਂ ਬਾਅਦ ਜ਼ਿੰਦਾ ਰਹਿਣੇ ਨਾ, ਉਹਨਾਂ ਦੀ ਕੋਈ ਲੈ ਆਓ ਤਹਿਰੀਰ ਜਿਹੜੀ ਉਹਨਾਂ ਨੇ ਆਪਣੀ ਬੁੱਕ ਤੇ ਕੋਈ ਸ਼ੇਰ ਆਇਬ ਚ। ਅਸੀਂ ਮੁਹੰਮਦ ਹਸਨ ਬਟਾਲਵੀ ਸਾਹਿਬ ਦਾ ਕਿਉਂ ਯਕੀਨ ਕਰੀਏ ਬਈ? ਸਾਡਾ ਯਕੀਨ ਸਾਡੇ ਤੇ ਫਰਜ਼ ਤੇ ਨਹੀਂ ਨਾ ਕਿ ਅਸੀਂ ਉਹਨਾਂ ਦਾ ਯਕੀਨ ਕਰੀਏ। ਅਸੀਂ ਤੁਸੀਂ ਖਾਜਾ ਸਾਹਿਬ ਦਾ ਕੋਈ ਹੈ ਤਹਿਰੀਰ, ਉਹਨਾਂ ਦੀ ਆਪਣੀ ਕਿਤਾਬ ਹੈ ਤਸਨੀਫ ਹੈ ਜਿਹਦੇ ਚ ਉਹਨਾਂ ਨੇ ਤਕਜ਼ੀਬ ਕੀਤੀ ਹੋਏ ਜਾਂ ਮਿਰਜ਼ਾ ਸਾਹਿਬ ਦੇ ਬਾਰੇ ਕੁਫਰ ਦਾ ਫਤਵਾ ਦਿੱਤਾ ਹੈ, ਉਹ ਲੈ ਆਓ। ਇੰਨੀ ਗੱਲ ਹੈ ਬਸ, ਜ਼ਿਆਦਾ ਨਹੀਂ। ਤਾਂ ਗੁਜ਼ਾਰਿਸ਼ ਇਹ ਹੈ ਕਿ ਇਹ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਤਹਿਰੀਰ ਸੁਣਾਈ ਹੈ ਨਾ, ਇਹ 1895 ਦੀ ਤਹਿਰੀਰ ਹੈ। ਇਹਦੇ ਤੋਂ ਬਾਅਦ ਮਿਰਜ਼ਾ ਸਾਹਿਬ 13 ਸਾਲ ਜ਼ਿੰਦਾ ਰਹੇ ਨੇ। ਉਹਨਾਂ ਦੇ ਸਾਹਮਣੇ ਇਹ ਰਸਾਲਾ ਛਪ ਕੇ ਉਹਨਾਂ ਦੇ ਘਰ ਗਿਆ, ਉਹਨਾਂ ਨੇ ਪੜ੍ਹਿਆ, ਉਹਨਾਂ ਦੇ ਮੁਰੀਦਾਂ ਨੇ ਪੜ੍ਹਿਆ। ਸ਼ੇਖ ਬਟਾਲਵੀ ਦਾ ਇੰਨਾ ਚਰਚਾ ਹੁੰਦਾ ਸੀ ਮਿਰਜ਼ਾ ਸਾਹਿਬ ਦੇ ਹਲਕਾ ਹਬਾਬ ਵਿੱਚ। ਅੱਜ ਮੈਂ ਮਜ਼ਮੂਨ ਪੜ੍ਹਨ ਲੱਗਿਆ ਸੀ ਮੀਰ ਨਾਸਰ ਨਵਾਬ ਦਾ, ਜਿਹੜਾ 1893 ਦੇ ਵਿੱਚ ਜਲਸਾ ਹੋਇਆ ਨਾ ਸਾਲਾਨਾ ਤੁਹਾਡਾ ਦਸੰਬਰ 'ਚ ਉੱਥੇ। ਉਹਦੇ ਵਿੱਚ ਉਹਨਾਂ ਨੇ, ਕਿਉਂਕਿ ਉਹ ਪਹਿਲਾਂ ਬਾਵਜੂਦ ਇਸ ਦੇ ਕਿ ਮਿਰਜ਼ਾ ਸਾਹਿਬ ਦੇ ਸੁਸਰ ਸਨ ਮੀਰ ਨਾਸਰ ਨਵਾਬ, 1884 ਸੁਸਰ ਤੇ ਬਣ ਗਏ ਨਾ ਮਿਰਜ਼ਾ ਸਾਹਿਬ ਦੇ, ਇੰਝ ਹੀ ਹੈ ਨਾ ਗੱਲ। ਲੇਕਿਨ ਉਹਨਾਂ ਨੇ ਮਿਰਜ਼ਾ ਸਾਹਿਬ ਦੀ